ਸੱਚੀ ਬਾਣੀ ਦੇ ਸਾਡੇ ਇਸ ਪ੍ਰੋਗਰਾਮ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਅਸੀਂ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਦੋਸਤੋ, ਪਿਛਲੇ ਅਧਿਆਏ ਦੇ ਵਿੱਚ ਅਸੀਂ ਕੈਨ ਅਤੇ ਹਾਬਲ ਦੁਆਰਾ ਪਰਮੇਸ਼ਰ ਦੇ ਕੋਲ ਲਿਆਂਦੀਆਂ ਭੇਟਾਂ ਦੇ ਬਾਰੇ ਚਰਚਾ ਕਰ ਰਹੇ ਸੀ। ਅਸੀਂ ਇਸ ਦੇ ਦੁਆਰਾ ਬਹੁਤ ਸਾਰੀਆਂ ਆਤਮਿਕ ਸੱਚਾਈਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਦੋਸਤੋ, ਸਾਨੂੰ ਪਰਮੇਸ਼ਰ ਦਾ ਧੰਨਵਾਦ ਕਰਨਾ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਇਹਨਾਂ ਭੇਟਾਂ ਦੇ ਜ਼ਰੀਏ ਪਰਮੇਸ਼ਰ ਨੇ ਸਾਡੇ ਉੱਤੇ ਆਪਣੇ ਭੇਤਾਂ ਨੂੰ ਵੀ ਪ੍ਰਗਟ ਕੀਤਾ ਸੀ ਕਿ ਅਸਲੀ ਭੇਟ ਜਿਹੜੀ ਪਰਮੇਸ਼ਰ ਨੂੰ ਬਹੁਤ ਪਸੰਦ ਹੈ ਅਤੇ ਪਰਮੇਸ਼ਰ ਨੂੰ ਖੁਸ਼ ਕਰ ਸਕਦੀ ਹੈ ਅਤੇ ਜਿਸ ਦੇ ਦੁਆਰਾ ਸਾਡੇ ਪਾਪ ਹਮੇਸ਼ਾ ਲਈ ਖਤਮ ਹੋ ਜਾਂਦੇ ਹਨ, ਉਹ ਤਾਂ ਪ੍ਰਭੂ ਯੀਸ਼ੂ ਹੀ ਹੈ। ਦੋਸਤੋ, ਅਸੀਂ ਕੈਨ ਅਤੇ ਹਾਬਲ ਦੇ ਕਿੱਸੇ ਦੇ ਦੁਆਰਾ ਆਪਣੇ ਉਤਪਤ ਦੇ ਚੌਥੇ ਅਧਿਆਏ ਦੇ ਅਧਿਐਨ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਰੀ ਰੱਖਾਂਗੇ ਅਤੇ ਇਸ ਤੋਂ ਬਾਅਦ ਫਿਰ ਅਸੀਂ 5ਵੇਂ ਅਧਿਆਏ ਤੇ ਵੀ ਨਜ਼ਰ ਮਾਰਾਂਗੇ। ਪਰਮੇਸ਼ਰ ਦੇ ਵਚਨ ਵਿੱਚ ਜਾਣ ਤੋਂ ਪਹਿਲਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਭਜਨ। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तैथों बख्शिश लेके ही जाना, तैथों बख्शिश लेके ही जाना, ते खाली हाथ नहीं जाना। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तेरे नाम उत्ते लाई असी सारी जिंदगानी, तेरे नाम उत्ते लाई असी सारी जिंदगानी। आप हथियां अज लिख एह अमर कहानी, एह अमर कहानी, एह अमर कहानी। ओ रब्बा मेरे मेहर करी, तेरे बिन मेरा मुल नहीं आना। ओ रब्बा मेरे मेहर करी, तेरे दर ते खड़ा मैं दीवाना। असी तेरे हो गए हाँ, हुण किदे हो सकांगे। असी तेरे हो गए हाँ, हुण किदे हो सकांगे। तेरे बिन तां हासा दूर असी रो भी ना सकांगे, असी रो भी ना सकांगे, असी रो भी ना सकांगे। ओ रब्बा मेरे मेहर करी, असी घर तेरे नाल ही बसौना। ओ रब्बा मेरे मेहर करी, तेरे दर ते खड़ा मैं दीवाना। ਪਿਆਰੇ ਦੋਸਤੋ, ਅਸੀਂ ਅੱਜ ਕੈਨ ਅਤੇ ਹਾਬਲ ਬਾਰੇ
ਬਾਈਬਲ ਅਧਿਐਨ ਜਾਰੀ ਰੱਖਾਂਗੇ। ਕੁਝ ਦਿਨ ਪਹਿਲਾਂ ਇੱਕ ਇਸ ਪ੍ਰੋਗਰਾਮ ਨੂੰ ਸੁਣਨ ਵਾਲੇ ਭਾਈ ਸਾਹਿਬ ਮੈਨੂੰ ਮਿਲੇ ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਅੱਜ ਇੰਨਾ ਪਸੀਨੋ ਪਸੀਨਾ ਹੋਈ ਫਿਰਦੇ ਹੋ। ਉਹ ਕਹਿਣ ਲੱਗੇ, ਕੀ ਦੱਸਾਂ ਬਈ, ਮੈਂ ਤਾਂ ਥੱਕ ਗਿਆ। ਮੈਂ ਉਸ ਨੂੰ ਪੁੱਛਿਆ, ਕਿਉਂ, ਅੱਜ ਕੀ ਕਰਦੇ ਸੀ? ਉਹ ਕਹਿਣ ਲੱਗੇ, ਆਪ ਤਾਂ ਮੈਨੂੰ ਅੱਜ ਅਸੀਂ ਇਹ ਕੀ ਕਰਦੇ ਸੀ ਪੁੱਛ ਰਹੇ ਹੋ। ਆਪ ਇਹ ਕਿਉਂ ਨਹੀਂ ਪੁੱਛਦੇ ਕਿ ਅਸੀਂ ਅਕਸਰ ਹਰ ਰੋਜ਼ ਕੀ ਕਰਦੇ ਹਾਂ। ਮੈਂ ਉਹਨਾਂ ਨੂੰ ਪੁੱਛਿਆ, ਭਾਈ ਸਾਹਿਬ, ਕੀ ਆਪ ਹਰ ਰੋਜ਼ ਇੱਕੋ ਹੀ ਕੰਮ ਕਰਦੇ ਹੋ? ਉਹ ਕਹਿਣ ਲੱਗੇ, ਹਾਂ ਬਈ ਹਾਂ, ਕੁਝ ਇਹੋ ਜਿਹਾ ਹੀ ਹੈ। ਮੈਂ ਤਾਂ ਇਸ ਤੋਂ ਅੱਕ ਗਿਆ ਹਾਂ। ਪਰ ਮੈਂ ਉਹਨਾਂ ਨੂੰ ਪੁੱਛਿਆ, ਇਹ ਤਾਂ ਦੱਸੋ ਕਿ ਕੰਮ ਕੀ ਸੀ ਜੋ ਆਪ ਕਰ ਰਹੇ ਆਏ ਹੋ। ਕਰਨਾ ਕੀ ਸੀ? ਕੋਈ ਵੀ ਫਸਲ ਹੋਵੇ, ਬੀਜਣ ਵਾਲਾ ਬੀਜ ਬਿਨਾਂ ਦਵਾਈ ਲਗਾਏ ਨਹੀਂ ਬੀਜਦੇ। ਸਾਰਾ ਸਾਲ ਵੀ ਉਸ ਨੂੰ ਭੜੋਲਿਆਂ ਵਿੱਚ ਪਾ ਕੇ ਸਾਂਭਦੇ ਹਾਂ, ਪਰ ਜਦੋਂ ਬੀਜਦੇ ਹਾਂ, ਫਸਲ ਬੀਜੀ ਹੋਈ ਬਾਅਦ ਵਿੱਚ ਜੰਮਦੀ ਹੈ। ਗੁੱਲੀ ਡੰਡਾ ਅਤੇ ਕੂਟ ਕਟਾਰੇ ਪਹਿਲਾਂ ਜੰਮ ਪੈਂਦੇ ਹਨ। ਇਸੇ ਤਰ੍ਹਾਂ ਹਮੇਸ਼ਾ ਹੁੰਦਾ ਹੈ। ਬੂਟੀਆਂ ਅਤੇ ਘਾਹ ਪੱਤਾ ਮਾਰਨ ਵਾਲੀ ਦਵਾਈ ਦੀ ਸਪਰੇਅ ਵੀ ਕਰਦਾ ਆਇਆ ਹਾਂ। ਭਾਈ ਸਾਹਿਬ, ਕੀ ਆਪਨੇ ਕਦੇ ਇਹ ਵੀ ਸੋਚਿਆ ਹੈ ਕਿ ਜੜੀ ਬੂਟੀਆਂ ਦਾ ਬੀਜ ਕੌਣ ਸਾਂਭ ਕੇ ਅਤੇ ਕਿੱਥੇ ਰੱਖਦਾ ਹੈ ਅਤੇ ਕੌਣ ਬੀਜਦਾ ਹੈ? ਦੇਖਿਆ ਹੈ ਕਿਸੇ ਨੂੰ ਇਹਨਾਂ ਨੂੰ ਬੀਜਦੇ? ਮੈਂ ਇਹਨਾਂ ਨੂੰ ਕਿਹਾ ਕਿ ਨਹੀਂ ਵੀਰ ਜੀ, ਬੀਜਦੇ ਤਾਂ ਕਿਸੇ ਨੂੰ ਨਹੀਂ ਵੇਖਿਆ, ਪਰ ਜੰਮਿਆ ਹੀ ਵੇਖਦੇ ਹਾਂ। ਕੀ ਤੁਹਾਨੂੰ ਪਤਾ ਹੈ ਕਿ ਕੌਣ ਹੈ ਇਸ ਨੂੰ ਬੀਜਣ ਵਾਲਾ? ਮੈਂ ਇਹਨਾਂ ਨੂੰ ਦੱਸਿਆ, ਹਾਂ ਮੈਨੂੰ ਪਤਾ ਹੈ, ਮੈਂ ਜ਼ਰੂਰ ਜਾਣਦਾ ਹਾਂ। ਉਹ ਕਹਿਣ ਲੱਗੇ, ਦੱਸ ਜਲਦੀ ਦੱਸ। ਮੈਂ ਇਹਨਾਂ ਨੂੰ ਪੁੱਛਿਆ, ਕਿਉਂ? ਆਪ ਮੈਨੂੰ ਕਿਉਂ ਪੁੱਛਦੇ ਹੋ? ਆਖਣ ਲੱਗੇ, ਮੈਂ ਤਾਂ ਉਸ ਨੂੰ ਛੱਡਾਂਗਾ ਨਹੀਂ। ਭਾਈ, ਜੇ ਮੈਂ ਦੱਸ ਵੀ ਦਿੱਤਾ ਤਾਂ ਤੁਸੀਂ ਉਸ ਦਾ ਕੁਝ ਵੀ ਨਹੀਂ ਕਰ ਸਕਦੇ। ਤੁਸੀਂ ਕਹਿੰਦੇ ਹੋ ਕੁਝ ਨਹੀਂ ਕਰ ਸਕਦੇ, ਪਹਿਲਾਂ ਦੱਸੋ ਤਾਂ ਸਹੀ, ਫਿਰ ਦੇਖੋ ਮੈਂ ਕੀ ਕਰਦਾ ਹਾਂ ਉਸ ਦਾ। ਮੈਂ ਉਹਨਾਂ ਨੂੰ ਕਿਹਾ, ਭਾਈ ਸਾਹਿਬ, ਉਹ ਵਿਅਕਤੀ ਤੁਸੀਂ ਖੁਦ ਹੀ ਹੋ। ਹੈ? ਉਹ ਕਹਿਣ ਲੱਗੇ, ਇਹ ਕਿਵੇਂ? ਕੀ ਆਪਨੇ ਨਹੀਂ ਸੀ ਸੁਣਿਆ ਕਿ ਬਾਈਬਲ ਧਰਮ ਸ਼ਾਸਤਰ ਦੇ ਪੁਰਾਣੇ ਨੇਮ ਦੀ ਪਹਿਲੀ ਪੁਸਤਕ ਉਤਪਤ ਦੇ 3 ਅਧਿਆਏ ਦੀਆਂ 17 ਅਤੇ 19 ਆਇਤਾਂ ਵਿੱਚ ਕੀ ਲਿਖਿਆ ਹੋਇਆ ਹੈ? ਜਦੋਂ ਕਿ ਪਰਮੇਸ਼ਵਰ ਨੇ ਆਦਮ ਦੇ ਪਾਪ ਦੇ ਕਾਰਨ ਧਰਤੀ ਨੂੰ ਸਰਾਪ ਦਿੱਤਾ ਸੀ। ਭਾਈ ਸਾਹਿਬ, ਸੁਣਿਆ ਤੇ ਸੀ ਪਰ ਭੁੱਲ ਗਿਆ। ਆਖਣ ਲੱਗੇ, ਇੱਕ ਵਾਰ ਫਿਰ ਦੱਸੋ। ਸੋ ਮੈਂ ਉਹਨਾਂ ਨੂੰ ਦੱਸਿਆ, ਸੁਣੋ ਵੀਰ ਜੀ, ਲਿਖਿਆ ਹੈ ਕਿ ਫਿਰ ਉਸ ਪਰਮੇਸ਼ਵਰ ਨੇ ਆਦਮੀ ਨੂੰ ਆਖਿਆ ਕਿ ਇਸ ਲਈ ਕਿ ਤੂੰ ਆਪਣੀ ਤੀਵੀਂ ਦੀ ਗੱਲ ਸੁਣੀ ਅਤੇ ਉਸ ਬਿਰਛ ਤੋਂ ਖਾਧਾ, ਜਿਸ ਦੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਉਸ ਤੋਂ ਨਾ ਖਾਈਂ, ਸੋ ਜ਼ਮੀਨ ਤੇਰੇ ਕਾਰਨ ਸਰਾਪਤ ਹੋਈ। ਤੂੰ ਆਪਣੇ ਜੀਵਨ ਦੇ ਸਾਰੇ ਦਿਨ ਉਸ ਤੋਂ ਦੁੱਖ ਨਾਲ ਖਾਵੇਂਗਾ। ਉਹ ਕੰਡੇ ਅਤੇ ਕੰਡਿਆਲੇ ਤੇਰੇ ਲਈ ਉਗਾਵੇਗੀ ਅਤੇ ਤੂੰ ਪੈਲੀ ਦਾ ਸਾਗ ਪੱਤ ਖਾਵੇਂਗਾ। ਤੂੰ ਆਪਣੇ ਮੂੰਹ ਦੇ ਮੁੜਕੇ ਨਾਲ ਰੋਟੀ ਖਾਵੇਂਗਾ ਜਦ ਤੀਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇ, ਕਿਉਂਕਿ ਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ। ਉਹ ਕਹਿਣ ਲੱਗੇ, ਭਾਈ ਸਾਹਿਬ, ਧੰਨਵਾਦ, ਅੱਜ ਪਤਾ ਲੱਗਾ ਕਿ ਦੋਸ਼ੀ ਕੌਣ ਹੈ। ਪਿਆਰੇ ਦੋਸਤੋ, ਜਿਸ ਤਰ੍ਹਾਂ ਇਸ ਸਪਰੇਅ ਨਾਲ ਗੈਰ ਜ਼ਰੂਰੀ ਬੂਟੀਆਂ ਨੂੰ ਮਾਰਨ ਵਾਲੇ ਭਾਈ ਸਾਹਿਬ ਆਪਣੇ ਦੋਸ਼ ਨੂੰ ਨਾ ਜਾਣਦੇ ਹੋਏ ਕਿਸੇ ਹੋਰ ਨੂੰ ਦੋਸ਼ੀ ਸਮਝ ਕੇ ਉਸ ਨੂੰ ਆਪਣੇ ਕ੍ਰੋਧ ਦੇ ਕਾਰਨ ਮਾਰਨ ਕੁੱਟਣ ਦੀ ਤਿਆਰੀ ਵਿੱਚ ਸਨ, ਇਸੇ ਤਰ੍ਹਾਂ ਕੈਨ ਵੀ ਆਪਣਾ ਕਸੂਰ ਨਾ ਮੰਨਦਾ ਹੋਇਆ ਈਰਖਾ ਦੇ ਕਾਰਨ ਆਪਣੇ ਭਰਾ ਹਾਬਲ ਦਾ ਖੂਨ ਕਰਨ ਜਾ ਰਿਹਾ ਸੀ। ਬਾਈਬਲ ਵਿੱਚ ਲਿਖਿਆ ਹੋਇਆ ਹੈ ਕਿ ਫਿਰ ਕੈਨ ਨੇ ਆਪਣੇ ਭਰਾ ਹਾਬਲ ਨੂੰ ਕੁਝ ਕਿਹਾ ਅਤੇ ਜਦ ਉਹ ਖੇਤ ਵਿੱਚ ਸਨ ਤਾਂ ਇਉਂ ਹੋਇਆ ਕਿ ਕੈਨ ਨੇ ਆਪਣੇ ਭਰਾ ਹਾਬਲ ਦੇ ਵਿਰੁੱਧ ਉੱਠ ਕੇ ਉਹਨੂੰ ਮਾਰ ਸੁੱਟਿਆ। ਤਾਂ ਯਹੋਵਾ ਨੇ ਕੈਨ ਨੂੰ ਆਖਿਆ, ਤੇਰਾ ਭਰਾ ਹਾਬਲ ਕਿੱਥੇ ਹੈ? ਉਸਨੇ ਆਖਿਆ, ਮੈਂ ਨਹੀਂ ਜਾਣਦਾ, ਭਲਾ ਮੈਂ ਆਪਣੇ ਭਰਾ ਦਾ ਰਾਖਾ ਹਾਂ। ਇਹ ਵਚਨ ਉਤਪਤ 4 ਅਧਿਆਏ ਉਸਦੀ 8 ਅਤੇ 9 ਆਇਤ ਵਿੱਚ ਹਨ। ਇਹ ਇੱਕ ਢੀਠ ਜਵਾਬ ਹੈ। ਉਸ ਕੋਲ ਨਾ ਆਪਣੇ ਭਰਾ ਲਈ ਨਾ ਆਪਣੇ ਪਰਮੇਸ਼ਵਰ ਲਈ ਥੋੜਾ ਜਿਹਾ ਵੀ ਆਦਰ ਹੈ। ਉਹ ਆਪਣੇ ਕੀਤੇ ਹੋਏ ਨੂੰ ਛੁਪਾਉਣਾ ਚਾਹੁੰਦਾ ਹੈ। ਪਰ ਬਾਈਬਲ ਧਰਮ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ ਕਿ ਕੋਈ ਚੀਜ਼ ਲੁਕੀ ਨਹੀਂ ਹੈ ਜਿਹੜੀ ਪ੍ਰਗਟ ਨਾ ਕੀਤੀ ਜਾਵੇਗੀ, ਨਾ ਕੁਝ ਗੁਪਤ ਹੈ
ਜੋ ਜਾਣਿਆ ਨਾ ਜਾਵੇਗਾ। ਇਹ ਵਚਨ ਮੱਤੀ ਦੀ ਇੰਜੀਲ ਉਸ ਦਾ 10 ਅਧਿਆਇ ਉਸ ਦੀ 26 ਆਇਤ ਵਿੱਚ ਮਿਲਦੇ ਹਨ। ਜੇਕਰ ਆਪ ਵਿੱਚ ਕੋਈ ਗੁਪਤ ਪਾਪ ਹੈ ਤਾਂ ਇਸ ਵਚਨ ਉੱਤੇ ਵਿਚਾਰ ਕਰਨਾ ਜ਼ਰੂਰੀ ਹੈ। ਸਾਨੂੰ ਇਹਨਾਂ ਦਾ ਨਿਪਟਾਰਾ ਇਸ ਧਰਤੀ ਉੱਤੇ ਹੀ ਕਰ ਲੈਣਾ ਚਾਹੀਦਾ ਹੈ, ਕਿਉਂਕਿ ਇਹ ਸਭ ਪਰਮੇਸ਼ਵਰ ਦੇ ਹਜ਼ੂਰ ਇੱਕ ਦਿਨ ਹਰ ਹਾਲਤ ਵਿੱਚ ਪ੍ਰਗਟ ਹੋਣ ਵਾਲੇ ਹਨ। ਪਰਮੇਸ਼ਵਰ ਇਹਨਾਂ ਬਾਰੇ ਪਹਿਲਾਂ ਹੀ ਜਾਣਦਾ ਹੈ। ਇਸ ਕਰਕੇ ਤੁਹਾਨੂੰ ਵੀ ਇਹੋ ਜਿਹੇ ਪਾਪਾਂ ਬਾਰੇ ਉਸ ਨੂੰ ਦੱਸ ਦੇਣਾ ਚਾਹੀਦਾ ਹੈ। ਕੈਨ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਕਸੂਰਵਾਰ ਨਹੀਂ ਹੈ। ਕੀ ਮੈਂ ਆਪਣੇ ਭਰਾ ਦਾ ਰਾਖਾ ਹਾਂ? ਇਹ ਉਸ ਦਾ ਕਿੰਨਾ ਢੀਠ ਉੱਤਰ ਹੈ। ਫਿਰ ਉਸਨੇ ਆਖਿਆ ਕਿ ਤੈਂ ਕੀ ਕੀਤਾ? ਤੇਰੇ ਭਰਾ ਦੇ ਲਹੂ ਦੀ ਆਵਾਜ਼ ਜ਼ਮੀਨ ਵੱਲੋਂ ਮੇਰੇ ਅੱਗੇ ਦੁਹਾਈ ਦਿੰਦੀ ਹੈ। ਉਤਪਤ 4 ਅਧਿਆਇ ਉਸ ਦੀ 10 ਆਇਤ। ਇਬਰਾਨੀਆਂ ਦੀ ਪੱਤਰੀ ਦਾ ਲੇਖਕ ਵੀ ਇਸੇ ਬਾਰੇ ਦੱਸਦਾ ਹੈ ਕਿ ਯੀਸ਼ੂ ਕੋਲ ਜਿਹੜਾ ਨਵੇਂ ਨੇਮ ਦਾ ਵਿਚੋਲਾ ਹੈ ਅਤੇ ਛਿੜਕੇ ਹੋਏ ਲਹੂ ਦੇ ਕੋਲ ਜੋ ਹਾਬਲ ਦੇ ਲਹੂ ਨਾਲੋਂ ਉੱਤਮ ਗੱਲਾਂ ਕਰਦਾ ਹੈ। ਇਬਰਾਨੀਆਂ 12 ਅਧਿਆਇ ਉਸ ਦੀ 24 ਆਇਤ। ਹਾਬਲ ਦਾ ਲਹੂ ਉਸ ਦੇ ਕੀਤੇ ਹੋਏ ਕਤਲ ਬਾਰੇ ਬੋਲਦਾ ਸੀ। ਪ੍ਰਭੂ ਯੀਸ਼ੂ ਮਸੀਹ ਦਾ ਲਹੂ ਛੁਟਕਾਰੇ ਅਤੇ ਮੁਕਤੀ ਦੇ ਬਾਰੇ ਗੱਲਾਂ ਕਰਦਾ ਹੈ। ਹੁਣ ਤੂੰ ਜ਼ਮੀਨ ਤੋਂ ਜਿਹਨੇ ਆਪਣਾ ਤੇਰੇ ਭਰਾ ਦੇ ਲਹੂ ਨੂੰ ਤੇਰੇ ਹੱਥੋਂ ਲੈਣ ਲਈ ਖੋਲਿਆ ਹੈ, ਸਰਾਪੀ ਹੋਇਆ। ਜਾਂ ਤੂੰ ਜ਼ਮੀਨ ਦੀ ਵਾਹੀ ਕਰੇਗਾ ਤਾਂ ਉਹ ਤੇਰੇ ਲਈ ਆਪਣੀ ਪੂਰੀ ਫਸਲ ਨਹੀਂ ਦੇਵੇਗੀ। ਤੂੰ ਧਰਤੀ ਉੱਤੇ ਭਗੌੜਾ ਅਤੇ ਭੌਂਦੂ ਹੋਵੇਗਾ। ਉਤਪਤ 4 ਅਧਿਆਇ ਉਸ ਦੀ 11 ਅਤੇ 12 ਆਇਤ। ਅੱਜ ਵੀ ਮਨੁੱਖ ਦੇ ਪਾਪ ਦੇ ਕਾਰਨ ਧਰਤੀ ਉੱਤੇ ਸਰਾਪ ਹੈ, ਜਿਹੜਾ ਕਿ ਇਸ ਦੀ ਉਪਜਾਊ ਸ਼ਕਤੀ ਨੂੰ ਘੱਟ ਕਰ ਰਿਹਾ ਹੈ। ਧਰਤੀ ਉੱਤੇ ਬਹੁਤ ਸਾਰੇ ਮਨੁੱਖ ਭੁੱਖ ਦੇ ਕਾਰਨ ਮਰ ਰਹੇ ਹਨ। ਧਰਤੀ ਉੱਤੋਂ ਬਹੁਤਾਇਤ ਨਾਲ ਉਪਜ ਲੈਣ ਲਈ ਮਨੁੱਖ ਨੂੰ ਅਣਥੱਕ ਮਿਹਨਤ ਕਰਨੀ ਪੈਂਦੀ ਹੈ। ਸੱਚਮੁੱਚ ਹਾਬਲ ਦਾ ਖੂਨ ਧਰਤੀ ਵਿੱਚੋਂ ਪੁਕਾਰ ਰਿਹਾ ਹੈ, ਜੋ ਕਿ ਇੱਕ ਭਰਾ ਦੇ ਕਤਲ ਕਰਕੇ ਬਹਾਇਆ ਗਿਆ ਸੀ। ਅੱਗੇ ਲਿਖਿਆ ਗਿਆ ਹੈ ਕਿ ਤਾਂ ਕਾਇਨ ਨੇ ਯਹੋਵਾ ਨੂੰ ਆਖਿਆ ਕਿ ਤੇ ਮੇਰਾ ਦੰਡ ਸਹਿਣ ਤੋਂ ਬਾਹਰ ਹੈ। ਉਤਪਤ 4 ਅਧਿਆਇ ਉਸ ਦੀ 13 ਆਇਤ। ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਕੈਨ ਦਾ ਦੰਡ ਸਹਿਣ ਤੋਂ ਬਾਹਰ ਸੀ ਤਾਂ ਉਸਨੇ ਪਰਮੇਸ਼ਰ ਵੱਲ ਮੁੜ ਕੇ ਆਪਣਾ ਪਾਪ ਕਿਉਂ ਨਹੀਂ ਮੰਨਿਆ ਅਤੇ ਨਾਲੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਤਰਸ ਉੱਤੇ ਕਿਉਂ ਨਹੀਂ ਛੱਡਿਆ? ਇਹ ਸਭ ਕੈਨ ਦੇ ਸਹਿਣ ਤੋਂ ਬਾਹਰ ਸੀ, ਪਰ ਪਰਮੇਸ਼ਵਰ ਉਸ ਲਈ ਇੱਕ ਮੁਕਤੀਦਾਤਾ ਪ੍ਰਦਾਨ ਕਰ ਰਿਹਾ ਸੀ ਜੇਕਰ ਉਹ ਪਰਮੇਸ਼ਵਰ ਦੇ ਵੱਲ ਮੁੜਦਾ। ਅੱਗੇ ਲਿਖਿਆ ਹੈ, ਵੇਖ ਤੈਂ ਅੱਜ ਮੈਨੂੰ ਇਸ ਜ਼ਮੀਨ ਦੇ ਉੱਤੋਂ ਦੁਰਕਾਰ ਦਿੱਤਾ ਔਰ ਮੈਂ ਤੇਰੇ ਮੂੰਹੋਂ ਲੁਕ ਜਾਵਾਂਗਾ ਔਰ ਮੈਂ ਧਰਤੀ ਉੱਤੇ ਭਗੌੜਾ ਔਰ ਭੌਂਦੂ ਹੋਵਾਂਗਾ ਅਤੇ ਐਂ ਹੋਵੇਗਾ ਕਿ ਜੋ ਕੋਈ ਮੈਨੂੰ ਲੱਭੇਗਾ ਉਹ ਮੈਨੂੰ ਵੱਢ ਸੁੱਟੇਗਾ। ਉਤਪਤ 4 ਅਧਿਆਇ ਉਸ ਦੀ 14 ਆਇਤ। ਕੈਨ ਕਹਿੰਦਾ ਹੈ ਕਿ ਹੁਣ ਉਸ ਨੂੰ ਪਰਮੇਸ਼ਵਰ ਤੋਂ ਮੁਖ ਤੋਂ ਛੁਪਾਉਣਾ ਹੋਵੇਗਾ ਅਤੇ ਸੱਚਮੁੱਚ ਇਹ ਇੰਜ ਹੀ ਹੋਇਆ। ਪਰ ਧਿਆਨ ਕਰੋ ਕਿ ਉਸ ਦੀ ਰੱਖਿਆ ਪਰਮੇਸ਼ਵਰ ਕਰਦਾ ਹੈ। ਇਹ ਤਾਂ ਅਨਹੋਣਾ ਹੈ ਕਿ ਪਰਮੇਸ਼ਵਰ ਹੀ ਅਸਲ ਵਿੱਚ ਇੱਕ ਕਾਤਲ ਅਤੇ ਮੁਜਰਮ ਨੂੰ ਪਨਾਹ ਦੇਵੇ। ਤਾਂ ਯਹੋਵਾ ਨੇ ਉਹਨੂੰ ਆਖਿਆ ਕਿ ਇਸ ਲਈ ਜੋ ਕੋਈ ਕੈਨ ਨੂੰ ਵੱਢੇ ਉਸ ਤੋਂ 7 ਗੁਣਾ ਬਦਲਾ ਲਿਆ ਜਾਵੇਗਾ। ਔਰ ਯਹੋਵਾ ਨੇ ਕੈਨ ਲਈ ਇੱਕ ਨਿਸ਼ਾਨ ਠਹਿਰਾਇਆ ਤਾਂ ਜੋ ਕੋਈ ਉਹਨੂੰ ਲੱਭ ਕੇ ਨਾ ਮਾਰ ਸੁੱਟੇ। ਉਤਪਤ 4 ਅਧਿਆਇ ਉਸ ਦੀ 15 ਆਇਤ। ਮੈਂ ਨਹੀਂ ਜਾਣਦਾ ਕਿ ਇਹ ਨਿਸ਼ਾਨ ਕੀ ਸੀ। ਇਸ ਬਾਰੇ ਬਹੁਤ ਸਾਰੇ ਅਟਕਲ ਪੱਚੂ ਹਨ ਅਤੇ ਮੈਂ ਆਪਣਾ ਅੱਟਾ ਸੱਟਾ ਇਸ ਬਾਰੇ ਨਹੀਂ ਲਾਉਣਾ ਚਾਹੁੰਦਾ। ਪਰ ਇਹ ਜ਼ਰੂਰ ਹੈ ਕਿ ਪਰਮੇਸ਼ਰ ਕੈਨ ਦੀ ਰੱਖਿਆ ਕਰਦਾ ਹੈ। ਇਹ ਇੱਕ ਪਾਪੀ ਹੈ ਕਿ ਕੈਨ ਇੱਕ ਪਾਪੀ ਹੈ, ਪਰ ਉਸ ਨੂੰ ਪਾਪੀ ਗਿਣਿਆ ਨਹੀਂ ਗਿਆ ਕਿਉਂਕਿ ਉਸ ਵੇਲੇ ਤੱਕ ਕਤਲ ਬਾਰੇ ਕੋਈ ਸ਼ਰ੍ਹਾ ਨਹੀਂ ਦਿੱਤੀ ਗਈ ਸੀ। ਉਸ ਦਾ ਵੱਡਾ ਪਾਪ ਇਹ ਸੀ ਕਿ ਉਹ ਪਰਮੇਸ਼ਵਰ ਕੋਲ ਕਬੂਲ ਕੀਤੀ ਜਾ ਸਕਣ ਵਾਲੀ ਭੇਟ ਨਹੀਂ ਲਾਇਆ ਸੀ। ਜੋ ਭੇਟ ਉਹ ਪਰਮੇਸ਼ਵਰ ਕੋਲ ਲਿਆਇਆ ਸੀ ਉਸ ਦੁਆਰਾ ਉਸ ਦੇ ਕੰਮ ਬੁਰੇ ਠਹਿਰੇ ਅਤੇ ਆਪਣੇ ਭਰਾ ਦਾ ਕਤਲ ਕਰਕੇ ਉਸਨੇ ਆਪਣੇ ਬੁਰੇ ਸੁਭਾਅ ਦਾ ਪ੍ਰਗਟਾਵਾ ਕੀਤਾ। ਇਸ ਤੋਂ ਅੱਗੇ ਇਸੇ ਅਧਿਆਇ ਵਿੱਚ ਅਸੀਂ ਕੈਨ ਦੀ ਸੰਤਾਨ
ਅਤੇ ਇੱਕ ਨਾਸਤਿਕ ਸਭਿਅਤਾ ਬਾਰੇ ਦੇਖਦੇ ਹਾਂ। ਸਾਨੂੰ ਪਤਾ ਲੱਗਦਾ ਹੈ ਕਿ ਕੈਨ ਪਰਮੇਸ਼ਵਰ ਤੋਂ ਦੂਰ ਹੋ ਜਾਂਦਾ ਹੈ ਤੇ ਇੱਕ ਬਿਲਕੁਲ ਨਾਸਤਿਕ ਸਭਿਅਤਾ ਦੀ ਸਥਾਪਨਾ ਕਰਦਾ ਹੈ। ਉਸ ਦੀ ਸੰਤਾਨ ਇੱਕ ਪਰਮੇਸ਼ਵਰ ਰਹਿਤ ਸਭਿਅਤਾ ਸਥਾਪਿਤ ਕਰਦੀ ਹੈ। ਬਾਈਬਲ ਧਰਮ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ ਕਿ ਸੋ ਕੈਨ ਯਹੋਵਾ ਦੇ ਹਜ਼ੂਰੋਂ ਚਲਿਆ ਗਿਆ ਔਰ ਅਦਨ ਦੇ ਚੜ੍ਹਦੇ ਪਾਸੇ ਨੋਦ ਦੇਸ਼ ਵਿੱਚ ਜਾ ਵਸਿਆ। ਉਤਪਤ 4 ਅਧਿਆਏ ਉਸ ਦੀ 16 ਆਇਤ। ਮੈਨੂੰ ਬਹੁਤ ਸਾਰੇ ਲੋਕਾਂ ਦਾ ਪਤਾ ਹੈ ਜੋ ਕਿ ਕਲੀਸਿਆ ਵਿੱਚ ਹੁੰਦੇ ਹੋਏ ਵੀ ਨੋਦ ਦੇਸ਼ ਵਿੱਚ ਰਹਿੰਦੇ ਹਨ, ਪਰ ਮੈਂ ਇਹ ਨਹੀਂ ਜਾਣਦਾ ਕਿ ਨੋਦ ਦਾ ਦੇਸ਼ ਕਿੱਥੇ ਹੈ। ਇਸ ਬਾਰੇ ਵੀ ਕਾਫੀ ਅਟਕਲ ਪੱਚੂ ਹਨ, ਪਰ ਬਾਈਬਲ ਧਰਮ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਕੈਨ ਪਰਮੇਸ਼ਵਰ ਦੇ ਹਜ਼ੂਰੋਂ ਚੱਲ ਕੇ ਉਸ ਇਲਾਕੇ ਵਿੱਚ ਜਾ ਵਸਿਆ। ਬਾਈਬਲ ਧਰਮ ਸ਼ਾਸਤਰ ਅੱਗੇ ਦੱਸਦਾ ਹੈ ਕਿ ਕੈਨ ਨੇ ਆਪਣੀ ਤੀਵੀਂ ਨਾਲ ਸੰਗ ਕੀਤਾ ਔਰ ਉਹ ਗਰਭਣੀ ਹੋਈ ਔਰ ਹਨੋਕ ਨੂੰ ਜਣੀ ਅਤੇ ਉਸ ਨੇ ਇੱਕ ਨਗਰ ਬਣਾਇਆ ਔਰ ਉਸ ਨੇ ਉਸ ਨਗਰ ਦੇ ਨਾਂ ਨੂੰ ਆਪਣੇ ਪੁੱਤਰ ਦੇ ਨਾਂ ਉੱਤੇ ਹਨੋਕ ਰੱਖਿਆ। ਉਤਪਤ 4 ਅਧਿਆਏ ਉਸ ਦੀ 17 ਆਇਤ ਦੇ ਵਚਨ ਹਨ। ਮਨੁੱਖ ਉਸ ਸਮੇਂ ਤੋਂ ਹੀ ਇਹ ਕਰਦੇ ਆ ਰਹੇ ਹਨ। ਉਹ ਸ਼ਹਿਰਾਂ ਅਤੇ ਗਲੀਆਂ ਦੇ ਨਾਂ ਆਪਣੇ ਜਾਂ ਆਪਣੇ ਅਜ਼ੀਜ਼ ਦੇ ਨਾਂ ਉੱਤੇ ਰੱਖਦੇ ਆਏ ਹਨ। ਮਸੀਹੀ ਸੇਵਾ ਵਿੱਚ ਵੀ ਕਈ ਸਕੂਲਾਂ ਦੇ ਨਾਂ ਵਿਅਕਤੀਆਂ ਦੇ ਨਾਂ ਉੱਤੇ ਰੱਖੇ ਹੋਏ ਹਨ, ਭਾਵੇਂ ਉਹ ਮਸੀਹੀ ਹਨ ਅਤੇ ਭਾਵੇਂ ਕੈਨ ਦੀ ਵਿਵਸਥਾ ਦੇ ਪਾਲਕ, ਪਰ ਮਨੁੱਖਾਂ ਨੂੰ ਇਹੀ ਪਸੰਦ ਹੈ। ਪਰ ਇੱਥੇ ਅਸੀਂ ਦੇਖਦੇ ਹਾਂ ਕਿ ਸ਼ਹਿਰੀ ਜੀਵਨ ਦਾ ਆਰੰਭ ਕਿਵੇਂ ਹੋਇਆ ਅਤੇ ਉਸਨੇ ਇੱਕ ਨਗਰ ਬਣਾਇਆ ਅਤੇ ਉਸਨੇ ਉਸ ਨਗਰ ਦਾ ਨਾਂ ਆਪਣੇ ਪੁੱਤਰ ਹਨੋਕ ਦੇ ਨਾਂ ਉੱਤੇ ਰੱਖਿਆ। ਸ਼ਹਿਰ ਅੱਜ ਕੱਲ੍ਹ ਮਨੁੱਖ ਲਈ ਸਭ ਤੋਂ ਵੱਡੀ ਸਮੱਸਿਆ ਬਣਦੇ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਮੁੱਕਦੇ ਜਾਂਦੇ ਹਨ ਅਤੇ ਫਿਰ ਵੀ ਲੋਕਾਂ ਦਾ ਪਲਾਇਨ ਸ਼ਹਿਰਾਂ ਵੱਲ ਜਾਰੀ ਹੈ। ਹਨੋਕ ਤੋਂ ਅਗਲੀ ਵੰਸ਼ਾਵਲੀ ਇਸ ਪ੍ਰਕਾਰ ਹੈ। ਹਨੋਕ ਤੋਂ ਇਰਾਦ ਜੰਮਿਆ ਔਰ ਇਰਾਦ ਤੋਂ ਮਹੂਥਾਲੇਲ ਜੰਮਿਆ ਔਰ ਮਹੂਬਾਲੇਲ ਤੋਂ ਮਥੂਸ਼ਾਏਲ ਜੰਮਿਆ ਅਤੇ ਮਥੂਸ਼ਾਏਲ ਤੋਂ ਲਾਮਕ ਜੰਮਿਆ। ਲਾਮਕ ਨੇ ਆਪਣੇ ਲਈ 2 ਤੀਵੀਆਂ ਕੀਤੀਆਂ ਔਰ ਇੱਕ ਦਾ ਨਾਂ ਆਦਾ ਸੀ ਔਰ ਦੂਈ ਦਾ ਨਾਂ ਜ਼ਿਲਾ ਸੀ। ਉਤਪਤ 4 ਅਧਿਆਏ ਉਸ ਦੀ 18 ਅਤੇ 19 ਆਇਤ ਦੇ ਵਚਨ ਹਨ। ਇੱਥੇ ਇੱਕ ਵੱਧ ਪਤਨੀਆਂ ਰੱਖਣ ਜਾਂ ਬਹੁ ਪਤਨੀਤਵ ਦਾ ਆਰੰਭ ਹੋਇਆ। ਲਾਮਕ ਪਰਮੇਸ਼ਵਰ ਦੇ ਮਨੁੱਖ ਲਈ ਬਣਾਏ ਨਿਯਮ ਨੂੰ ਭੰਗ ਕਰਦਾ ਹੈ। ਬਾਈਬਲ ਧਰਮ ਸ਼ਾਸਤਰ ਵਿੱਚ ਕਿਧਰੇ ਵੀ ਬਹੁ ਪਤਨੀਤਵ ਦੇ ਹੱਕ ਵਿੱਚ ਨਹੀਂ ਲਿਖਿਆ ਗਿਆ, ਪਰ ਇਹ ਤਾਂ ਇਸ ਦਾ ਖੰਡਨ ਕਰਦਾ ਹੈ। ਬਾਈਬਲ ਧਰਮ ਸ਼ਾਸਤਰ ਵਿੱਚ ਇੱਥੇ ਸਿਰਫ ਇਸ ਦਾ ਇਤਿਹਾਸਿਕ ਲੇਖਾ ਜੋਖਾ ਜਾਂ ਵਰਣਨ ਹੈ। ਆਧਾ ਦਾ ਅਰਥ ਹੈ ਖੁਸ਼ੀ ਜਾਂ ਸਜਾਵਟ ਜਾਂ ਸ਼ਿੰਗਾਰ ਆਦਿ। ਹੋ ਸਕਦਾ ਹੈ ਕਿ ਇਸਤਰੀਆਂ ਦੇ ਸ਼ਿੰਗਾਰ ਜਾਂ ਸਜਾਵਟ ਦੇ ਕਾਰੋਬਾਰ, ਜਿਨ੍ਹਾਂ ਨੂੰ ਅੱਜ ਕੱਲ੍ਹ ਬਿਊਟੀ ਪਾਰਲਰ ਦਾ ਨਾਂ ਦਿੱਤਾ ਜਾਂਦਾ ਹੈ, ਇਹਨਾਂ ਦੀ ਸ਼ੁਰੂਆਤ ਉਸਨੇ ਨਹੀਂ ਕੀਤੀ ਹੋਵੇ। ਜ਼ਿਲਾ ਦਾ ਅਰਥ ਹੈ ਛੁਪਾਉਣਾ। ਅਸੀਂ ਅੱਗੇ ਦੇਖਦੇ ਹਾਂ ਕਿ ਉਸਨੇ 2 ਪਤਨੀਆਂ ਰੱਖੀਆਂ ਜਾਂ ਜ਼ਰੂਰ, ਪਰ ਇਸ ਵਿੱਚ ਵੀ ਹੈਰਾਨੀ ਨਹੀਂ ਕਿ ਉਹ ਬਹੁਤ ਸਮੱਸਿਆਵਾਂ ਨਾਲ ਜਕੜਿਆ ਹੋਇਆ ਸੀ। ਅੱਗੇ ਕਾਇਨੀ ਸਭਿਅਤਾ ਦੀ ਸ਼ੁਰੂਆਤ ਦਾ ਜ਼ਿਕਰ ਇਸ ਪ੍ਰਕਾਰ ਹੈ। ਅਤੇ ਆਦਾ ਜਾਬਲ ਨੂੰ ਜਣੀ, ਉਹ ਉਹਨਾਂ ਦਾ ਪਿਤਾ ਸੀ ਜਿਹੜੇ ਤੰਬੂਆਂ ਵਿੱਚ ਰਹਿੰਦੇ ਸਨ ਅਤੇ ਪਸ਼ੂ ਪਾਲਦੇ ਸਨ। ਉਤਪਤ 4 ਅਧਿਆਏ ਉਸ ਦੀ 20 ਆਇਤ ਦੇ ਇਹ ਵਚਨ ਹਨ। ਬਾਅਦ ਵਿੱਚ ਅਸੀਂ ਦੇਖਦੇ ਹਾਂ ਕਿ ਪੌਲੁਸ ਰਸੂਲ ਤੰਬੂ ਬਣਾਉਂਦਾ ਹੋਇਆ, ਪਰ ਇਹ ਸਭ ਤੋਂ ਪਹਿਲਾਂ ਘਰ ਉਸਾਰਨ ਵਾਲਾ ਠੇਕੇਦਾਰ ਸੀ। ਜੋ ਪਸ਼ੂ ਪਾਲਦੇ ਹਨ, ਇਹ ਇੱਕ ਪਹਿਲੇ ਪਸ਼ੂ ਫਾਰਮ ਦੇ ਪ੍ਰਬੰਧਕ ਦਾ ਜ਼ਿਕਰ ਹੈ ਔਰ ਉਸਦੇ ਭਰਾ ਦਾ ਨਾਮ ਜੂਬਲ ਸੀ। ਉਹ ਸਾਰਿਆਂ ਦਾ ਪਿਤਾ ਸੀ ਜਿਹੜੇ ਬਰਬਤ ਔਰ ਬੀਨ ਵਜਾਉਂਦੇ ਹਨ। ਇਹ ਉਤਪਤ ਦੀ ਪੁਸਤਕ ਉਸ ਦਾ 4 ਅਧਿਆਏ ਉਸ ਦੀ 21 ਆਇਤ ਦੇ ਵਚਨ ਹਨ। ਇਹ ਸੰਗੀਤਕਾਰਾਂ ਦਾ ਆਰੰਭ ਹੈ। ਜਦੋਂ ਅਸੀਂ ਅਜੋਕੇ ਸੰਗੀਤ ਗੀਤ ਨੂੰ ਸੁਣਦੇ ਹਾਂ ਤਾਂ ਸੱਚਮੁੱਚ ਸਾਨੂੰ ਇਹ ਇਵੇਂ ਹੀ ਲੱਗਦਾ ਹੈ ਜਿਵੇਂ ਕਿ ਇਸ ਦੀ ਸ਼ੁਰੂਆਤ ਕੈਨ ਦੀ ਸਭਿਅਤਾ ਦੇ ਨਾਲ ਹੀ ਹੋਈ ਹੋਵੇ। ਜ਼ਿਲਾ ਵੀ ਤੂਬਲ ਕੈਨ ਨੂੰ ਜਣੀ। ਉਹ ਲੋਹੇ ਔਰ ਪਿੱਤਲ ਦੇ ਹਰ ਇੱਕ ਵੱਢਣ ਵਾਲੇ ਸੰਦ ਦਾ ਤਿੱਖਾ ਕਰਨ ਵਾਲਾ ਸੀ ਅਤੇ ਤੂਬਲ ਕੈਨ ਦੀ
ਭੈਣ ਨਾਮਾ ਸੀ। ਉਤਪਤ 4 ਅਧਿਆਏ ਉਸ ਦੀ 22 ਆਇਤ। ਇਹ ਸ਼ਿਲਪਕਾਰਾਂ ਦਾ ਜ਼ਿਕਰ ਹੈ। ਲਾਮਕ ਨੇ ਆਪਣੀਆਂ ਤੀਵੀਆਂ ਨੂੰ ਆਖਿਆ, ਆਦਾ ਤੇ ਜ਼ਿਲਾ ਮੇਰੀ ਆਵਾਜ਼ ਸੁਣੋ। ਹੇ ਲਾਮਕ ਦਿਓ ਤੀਵਿਓ, ਮੇਰੇ ਬਚਨ ਤੇ ਕੰਨ ਲਾਓ। ਮੈਂ ਤਾਂ ਇੱਕ ਮਨੁੱਖ ਨੂੰ ਜਿਹਨੇ ਮੈਨੂੰ ਫੱਟੜ ਕੀਤਾ ਅਤੇ ਇੱਕ ਗੱਭਰੂ ਨੂੰ ਜਿਹਨੇ ਮੈਨੂੰ ਸੱਟ ਮਾਰੀ ਵੱਢ ਸੁੱਟਿਆ ਹੈ। ਜੇ ਕੈਨ ਦਾ ਬਦਲਾ 7 ਗੁਣਾ ਹੈ ਤਾਂ ਲਾਮਕ ਦਾ 77 ਗੁਣਾ ਲਿਆ ਜਾਵੇਗਾ। ਉਤਪਤ 4 ਅਧਿਆਏ ਉਸ ਦੀ 23 ਅਤੇ 24 ਆਇਤ ਦੇ ਇਹ ਵਚਨ ਹਨ। ਲਾਮਕ ਕਹਿੰਦਾ ਹੈ ਕਿ ਜਦੋਂ ਕੈਨ ਨੇ ਇਸੇ ਤਰ੍ਹਾਂ ਕੀਤਾ ਸੀ ਤਾਂ ਮੈਂ ਵੀ ਕਰ ਸਕਦਾ ਹਾਂ। ਨਾਲੇ ਕੈਨ ਨੇ ਕਿਹੜਾ ਆਪਣੇ ਆਪ ਨੂੰ ਬਚਾਉਣ ਲਈ ਖੂਨ ਕੀਤਾ ਸੀ, ਮੈਂ ਤਾਂ ਇਸੇ ਕਰਕੇ ਹੀ ਕੀਤਾ ਹੈ। ਕਾਰਨ ਕੁਝ ਵੀ ਹੋਵੇ, ਪਰ ਲਾਮਕ ਕਹਿੰਦਾ ਹੈ ਕਿ ਉਸਨੇ ਤਾਂ ਆਤਮ ਰੱਖਿਆ ਲਈ ਹੀ ਕਤਲ ਕੀਤਾ। ਮੈਂ ਨਹੀਂ ਜਾਣਦਾ ਕਿ ਉਸ ਦੀਆਂ ਦੋਵੇਂ ਪਤਨੀਆਂ ਇਸ ਵਿੱਚ ਸ਼ਾਮਲ ਸਨ ਜਾਂ ਉਹ ਉਹਨਾਂ ਵਿੱਚੋਂ ਇੱਕ ਨੂੰ ਬਚਾ ਰਿਹਾ ਸੀ। ਦੱਸਿਆ ਨਹੀਂ ਹੋਇਆ ਕਿ ਇਹ ਸਭ ਕਿਵੇਂ ਵਾਪਰਿਆ। ਲਾਮਕ ਮਹਿਸੂਸ ਕਰਦਾ ਹੈ ਕਿ ਉਸ ਤੋਂ 77 ਗੁਣਾ ਬਦਲਾ ਲਿਆ ਜਾਵੇਗਾ, ਪਰ ਪ੍ਰਭੂ ਯੀਸ਼ੂ ਜੀ ਨੇ ਆਪਣੇ ਚੇਲੇ ਸ਼ਮਾਉਨ ਪਤਰਸ ਨੂੰ ਕਿਹਾ ਸੀ ਕਿ ਉਸ ਨੂੰ ਆਪਣੇ ਵੈਰੀ ਨੂੰ ਇੰਨੇ ਹੀ ਵਾਰ ਮੁਆਫ ਕਰਨਾ ਚਾਹੀਦਾ ਹੈ। ਬਾਈਬਲ ਧਰਮ ਸ਼ਾਸਤਰ ਵਿੱਚ ਅੱਗੇ ਅਸੀਂ ਸੇਤ ਦੇ ਜਨਮ ਬਾਰੇ ਪੜ੍ਹਦੇ ਹਾਂ। ਲਿਖਿਆ ਹੋਇਆ ਹੈ, ਆਦਮ ਨੇ ਫੇਰ ਆਪਣੀ ਤੀਵੀਂ ਨਾਲ ਸੰਗ ਕੀਤਾ ਅਤੇ ਉਹ ਪੁੱਤਰ ਜਣੀ ਅਤੇ ਉਸਨੇ ਇਹ ਕਹਿ ਕੇ ਉਹਦਾ ਨਾਮ ਸੇਤ ਰੱਖਿਆ ਕਿ ਪਰਮੇਸ਼ਵਰ ਨੇ ਮੈਨੂੰ ਇੱਕ ਹੋਰ ਵੰਸ਼ ਹਾਬਲ ਦੀ ਥਾਂ, ਜਿਹਨੂੰ ਕੈਨ ਨੇ ਵੱਢ ਸੁੱਟਿਆ ਸੀ, ਦੇ ਦਿੱਤੀ ਹੈ। ਅਤੇ ਸੇਤ ਤੋਂ ਵੀ ਇੱਕ ਪੁੱਤਰ ਜੰਮਿਆ ਅਤੇ ਉਸਨੇ ਉਹਦਾ ਨਾਮ ਅਨੋਸ਼ ਰੱਖਿਆ। ਉਸ ਵੇਲੇ ਤੋਂ ਲੋਕ ਯਹੋਵਾ ਦਾ ਨਾਂ ਲੈਣ ਲੱਗ ਪਏ। ਉਤਪਤ 4 ਅਧਿਆਏ ਉਸ ਦੀ 25 ਅਤੇ 26 ਆਇਤ ਵਿੱਚ ਇਹ ਵਚਨ ਦਰਜ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਇਸੇ ਸਮੇਂ ਤੋਂ ਲੋਕ ਯਹੋਵਾ ਦਾ ਨਾਂ ਲੈਣ ਲੱਗੇ ਸਨ। ਇਸ ਦੇ ਨਾਲ ਹੀ ਅਸੀਂ ਉਤਪਤ ਦੇ 4 ਅਧਿਆਏ ਦੀ ਸਮਾਪਤੀ ਤੱਕ ਪਹੁੰਚ ਕੇ ਇਸ ਦੇ 5ਵੇਂ ਅਧਿਆਏ ਵਿੱਚ ਦਾਖਲ ਹੁੰਦੇ ਹਾਂ। ਉਤਪਤੀ ਦੇ ਇਸ 5ਵੇਂ ਅਧਿਆਏ ਨੂੰ ਆਦਮ ਦੇ ਜੀਵਨ ਕਥਾ ਦਾ ਆਖਰੀ ਅਧਿਆਏ ਕਿਹਾ ਜਾਂਦਾ ਹੈ। ਇਸ ਵਿੱਚ ਅਨੋਸ਼ ਦੀ ਅਦਭੁਤ ਕਹਾਣੀ ਦੇ ਨਾਲ ਨਾਲ ਅਨੋਸ਼ ਤੋਂ ਲੈ ਕੇ ਨੂਹ ਤੱਕ ਦੀ ਵੰਸ਼ਾਵਲੀ ਵੀ ਵਰਣਨ ਕੀਤੀ ਗਈ ਹੈ। ਉਤਪਤ ਦੀ ਪੁਸਤਕ ਦੇ ਪਹਿਲੇ ਭਾਗ ਵਿੱਚ, ਭਾਵ 1 ਅਧਿਆਏ ਤੋਂ ਲੈ ਕੇ 11 ਅਧਿਆਏ ਤੱਕ, ਸ੍ਰਿਸ਼ਟੀ ਨਾਲ ਸੰਬੰਧਿਤ ਵਾਕਿਆਤਾਂ ਦਾ ਜ਼ਿਕਰ ਹੈ। ਸਭ ਤੋਂ ਪਹਿਲਾਂ ਸ੍ਰਿਸ਼ਟੀ ਦੀ ਰਚਨਾ, ਫਿਰ ਮਨੁੱਖ ਦੇ ਪਾਪ ਵਿੱਚ ਡਿੱਗਣ ਅਤੇ ਹੁਣ 5 ਅਧਿਆਏ ਤੋਂ ਲੈ ਕੇ 9 ਅਧਿਆਏ ਤੱਕ ਇਸ ਖੰਡ ਵਿੱਚ ਜਲ ਪਰਲੋ ਦਾ ਜ਼ਿਕਰ ਹੈ। 5ਵੇਂ ਅਧਿਆਏ ਵਿੱਚ ਆਦਮ ਤੋਂ ਲੈ ਕੇ ਸੇਤ ਤੱਕ ਦੀਆਂ ਕੁੱਲ ਪਤਨੀਆਂ ਦਾ ਜ਼ਿਕਰ ਹੈ। ਕੈਨ ਦੀ ਵੰਸ਼ਾਵਲੀ ਦਾ ਜ਼ਿਕਰ ਕਰਨ ਤੋਂ ਬਾਅਦ ਹੁਣ ਇੱਥੇ ਉਸ ਦਾ ਜ਼ਿਕਰ ਕਰਨਾ ਬੰਦ ਕਰ ਦਿੱਤਾ ਗਿਆ ਹੈ। ਜਦੋਂ ਇਹ ਪਰਮੇਸ਼ਵਰ ਦੇ ਵਰਣਨ ਦੀ ਯੋਜਨਾ ਨਾਲ ਜ਼ਰੂਰੀ ਸਮਝੀ ਜਾਵੇ, ਤਦ ਪਰਮੇਸ਼ਵਰ ਇਸ ਦਾ ਜ਼ਿਕਰ ਕਰਨਾ ਫਿਰ ਸ਼ੁਰੂ ਕਰੇਗਾ। ਉਤਪਤੀ ਦੀ ਪੁਸਤਕ ਵਿੱਚ ਹਰ ਜਗ੍ਹਾ ਇਹੋ ਵਿਧੀ ਹੀ ਅਪਣਾਈ ਗਈ ਹੈ। ਇੱਕ ਲਿਹਾਜ਼ ਨਾਲ ਤਾਂ ਉਤਪਤੀ ਦਾ 5ਵਾਂ ਅਧਿਆਏ ਬਾਈਬਲ ਧਰਮ ਸ਼ਾਸਤਰ ਦਾ ਇੱਕ ਬਹੁਤ ਹੀ ਮਾਯੂਸੀ ਅਤੇ ਨਿਰਾਸ਼ਾਜਨਕ ਅਧਿਆਏ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਇਸ ਅਧਿਆਏ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਕਿਸੇ ਕਬਰਸਤਾਨ ਵਿੱਚੋਂ ਦੀ ਤੁਰਦੇ ਜਾਂਦੇ ਹਾਂ। ਪਰਮੇਸ਼ਵਰ ਨੇ ਆਦਮ ਨੂੰ ਕਿਹਾ ਕਿ ਜਿਸ ਦਿਨ ਤੂੰ ਇਸ ਬਿਰਛ ਦੇ ਫਲ ਤੋਂ ਖਾਵੇਂਗਾ ਤਾਂ ਤੂੰ ਜ਼ਰੂਰ ਮਰ ਜਾਵੇਂਗਾ। ਉਤਪਤ ਉਸ ਦਾ 2 ਅਧਿਆਏ ਉਸ ਦੀ 17 ਆਇਤ। ਅਤੇ ਜੋ ਆਦਮ ਦੇ ਸਾਰੇ ਪੁੱਤਰ ਸਨ ਉਹ ਮਰ ਗਏ ਸਨ। ਪੌਲੁਸ ਰਸੂਲ ਕਹਿੰਦਾ ਹੈ, ਕਿਉਂਕਿ ਜਿਵੇਂ ਆਦਮ ਵਿੱਚ ਸਾਰੇ ਮਰ ਗਏ। ਇਹ ਵਚਨ 1 ਕੁਰਿੰਥੀਆਂ 15 ਅਧਿਆਏ ਉਸ ਦੀ 22 ਆਇਤ ਵਿੱਚ ਹਨ। ਅਸੀਂ ਬਾਈਬਲ ਧਰਮ ਸ਼ਾਸਤਰ ਦੇ ਅਧਿਐਨ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਆਪਣੇ ਅਗਲੇ ਪ੍ਰੋਗਰਾਮ ਵਿੱਚ 5 ਅਧਿਆਏ ਦੇ ਬਾਰੇ ਅਧਿਐਨ ਜਾਰੀ ਰੱਖਾਂਗੇ। ਅੱਜ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ। ਪਰਮੇਸ਼ਵਰ ਆਪ ਨੂੰ ਇਹਨਾਂ ਵਚਨਾਂ ਦੇ ਨਾਲ ਅਸੀਸ ਦੇਵੇ। ਪਿਆਰੇ ਦਰਸ਼ਕੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੈਨ ਅਤੇ ਹਾਬਲ ਦੇ ਬਾਰੇ ਆਪਣੇ ਅਧਿਐਨ ਨੂੰ ਕਰ ਰਹੇ ਸੀ। ਅਸੀਂ ਆਪਣੇ ਇਸ ਅਧਿਐਨ ਦੇ ਵਿੱਚ ਕੈਨ ਦੇ ਸੁਭਾਅ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।
ਦੋਸਤੋ, ਅੱਜ ਦੇ ਵਚਨ ਤੋਂ ਅਸੀਂ ਸਿੱਖਿਆ ਕਿ ਸਾਨੂੰ ਆਪਣੇ ਗੁੱਸੇ ਤੇ ਕਾਬੂ ਕਰਨਾ ਚਾਹੀਦਾ। ਕੀ ਤੁਹਾਡਾ ਗੁੱਸਾ ਤੁਹਾਡੇ ਕਾਬੂ ਵਿੱਚ ਹੈ? ਕੀ ਤੁਸੀਂ ਆਪਣੇ ਗੁੱਸੇ ਕਰਕੇ ਪਾਪ ਨੂੰ ਆਪਣੇ ਅੰਦਰ ਵਿੱਚ ਆਉਣ ਦਾ ਮੌਕਾ ਤਾਂ ਨਹੀਂ ਦੇ ਰਹੇ? ਦੋਸਤੋ, ਅੱਜ ਆਪਣੇ ਮਨਾਂ ਵਿੱਚ ਸੋਚੋ ਕਿ ਤੁਹਾਡਾ ਗੁੱਸਾ ਤੁਹਾਡੇ ਕਾਬੂ ਵਿੱਚ ਹੈ। ਆਓ ਮੇਰੇ ਨਾਲ ਦੁਆ ਦੇ ਵਿੱਚ ਸ਼ਾਮਲ ਹੋ। ਪਿਆਰੇ ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਦਿੱਤੇ ਹੋਏ ਸੁੰਦਰ ਅਵਸਰ ਦੇ ਲਈ ਪਿਤਾ ਪ੍ਰਭੂ ਸ਼੍ਰੀ, ਕਿ ਜੋ ਤੁਸੀਂ ਬਾਰ-ਬਾਰ ਸਾਨੂੰ ਮੌਕਾ ਦਿੰਦੇ ਹੋ ਕਿ ਅਸੀਂ ਤੁਹਾਡੇ ਚਰਨਾਂ ਵਿੱਚ ਬੈਠ ਕੇ ਤੁਹਾਡੀ ਮਹਿਮਾ ਨੂੰ ਕਰ ਸਕੀਏ ਅਤੇ ਤੁਹਾਡੇ ਵਚਨਾਂ ਦੀਆਂ ਗੱਲਾਂ ਨੂੰ ਵੰਡ ਸਕੀਏ। ਪਿਆਰੇ ਪ੍ਰਭੂ ਜੀ, ਜਿਸ ਤਰੀਕੇ ਨਾਲ ਅੱਜ ਅਸੀਂ ਇਹਨਾਂ ਵਚਨਾਂ ਦੇ ਵਿੱਚੋਂ ਸਿੱਖਿਆ ਪਿਤਾ ਪ੍ਰਭੂ ਸ਼੍ਰੀ, ਕਿ ਸਾਨੂੰ ਆਪਣੇ ਗੁੱਸੇ ਦੇ ਉੱਤੇ ਕਾਬੂ ਰੱਖਣਾ ਚਾਹੀਦਾ ਖੁਦਾਵੰਦ, ਅਤੇ ਕਿਸੇ ਪਾਪ ਨੂੰ ਇਸ ਗੁੱਸੇ ਦੀ ਵਜ੍ਹਾ ਕਰਕੇ ਆਉਣ ਨਹੀਂ ਦੇਣਾ ਚਾਹੀਦਾ। ਪਿਆਰੇ ਪ੍ਰਭੂ ਜੀ, ਮੈਂ ਦੁਆ ਕਰਦਾ ਪਿਤਾ ਪ੍ਰਭੂ ਸ਼੍ਰੀ, ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਨਿਯੰਤਰਣ ਤੁਹਾਡਾ ਹੈ ਪਿਤਾ ਪ੍ਰਭੂ ਸ਼੍ਰੀ। ਅਸੀਂ ਆਪਣੇ ਸਰੀਰ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੰਦੇ ਪਿਤਾ ਪ੍ਰਭੂ ਸ਼੍ਰੀ। ਪਿਤਾ ਪ੍ਰਭੂ ਸ਼੍ਰੀ, ਕੋਈ ਵੀ ਅਜਿਹਾ ਪਾਪ ਪਿਤਾ ਪ੍ਰਭੂ ਸ਼੍ਰੀ ਜਿਹੜਾ ਖੁਦਾਵੰਦ ਸਾਡੇ ਗੁੱਸੇ ਕਾਰਨ ਸਾਡੇ ਵਿੱਚ ਹੈ ਪਿਤਾ ਪ੍ਰਭੂ ਸ਼੍ਰੀ, ਮੈਂ ਪਿਤਾ ਪ੍ਰਭੂ ਸ਼੍ਰੀ ਦੁਆ ਕਰਦਾ ਪਿਤਾ ਪ੍ਰਭੂ ਸ਼੍ਰੀ ਇਹਨਾਂ ਭੈਣ ਅਤੇ ਭਰਾਵਾਂ ਵਾਸਤੇ ਪਿਤਾ ਪ੍ਰਭੂ ਸ਼੍ਰੀ, ਜਿਹੜੇ ਅੱਜ ਸਾਡੇ ਪ੍ਰੋਗਰਾਮ ਨੂੰ ਵੇਖ ਰਹੇ ਨੇ ਪਿਤਾ ਪ੍ਰਭੂ ਸ਼੍ਰੀ। ਮੈਂ ਪ੍ਰਾਰਥਨਾ ਕਰਦਾ ਪਿਤਾ ਪ੍ਰਭੂ ਸ਼੍ਰੀ, ਅਗਰ ਇਹਨਾਂ ਦੇ ਜੀਵਨ ਦੇ ਵਿੱਚ ਅਜਿਹਾ ਕੋਈ ਪਾਪ ਹੈ ਤਾਂ ਤੁਸੀਂ ਉਹਨੂੰ ਮਾਫ ਕਰੋ ਪਿਤਾ ਪ੍ਰਭੂ ਸ਼੍ਰੀ। ਅਤੇ ਪਿਤਾ ਪ੍ਰਭੂ ਸ਼੍ਰੀ, ਤੁਸੀਂ ਸੂਚਿਤ ਕਰੋ ਪਿਤਾ ਪ੍ਰਭੂ ਸ਼੍ਰੀ, ਉਹਨਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਪਾਓ ਕਿ ਇਹ ਪਾਪ ਹੈ। ਪਿਆਰੇ ਪ੍ਰਭੂ ਜੀ, ਪਿਤਾ ਪ੍ਰਭੂ ਸ਼੍ਰੀ, ਕਿੰਨੇ ਪਰਿਵਾਰ ਇਸ ਗੁੱਸੇ ਵਾਲੇ ਪਾਪ ਦੇ ਕਾਰਨ ਪਿਤਾ ਪ੍ਰਭੂ ਸ਼੍ਰੀ ਟੁੱਟ ਰਹੇ ਨੇ। ਕਿੰਨੇ ਲੋਕ ਖੁਦਾਵੰਦ ਇਸ ਗੁੱਸੇ ਵਾਲੇ ਪਾਪ ਦੇ ਕਾਰਨ ਆਪਣੇ ਪਰਿਵਾਰਾਂ ਤੋਂ ਦੂਰ ਨੇ। ਪਿਆਰੇ ਪ੍ਰਭੂ ਜੀ, ਇਹ ਸਾਰੇ ਗੁੱਸੇ ਗਿਲੇ ਨੇ ਤੁਸੀਂ ਇਹਨਾਂ ਦੇ ਮਨਾਂ ਦੇ ਵਿੱਚੋਂ ਕੱਢੋ ਪਿਤਾ ਪ੍ਰਭੂ ਸ਼੍ਰੀ, ਅਤੇ ਆਪਸੀ ਪਿਆਰ ਮੁਹੱਬਤ ਵਾਲਾ ਜੀਵਨ ਦਿਓ। ਪਿਆਰੇ ਪ੍ਰਭੂ ਜੀ, ਮੈਂ ਦੁਆ ਕਰਦਾ ਸਾਡੇ ਅਗਲੇ ਪ੍ਰੋਗਰਾਮ ਦੇ ਵਿੱਚ ਸਾਡੀ ਅਗਵਾਈ ਕਰੋ ਕਿ ਚੰਗੇ ਤਰੀਕੇ ਦੇ ਨਾਲ ਅਸੀਂ ਆਪਣੇ ਪ੍ਰੋਗਰਾਮ ਨੂੰ ਪੇਸ਼ ਕਰ ਸਕੀਏ। ਪਿਆਰੇ ਪ੍ਰਭੂ ਜੀ, ਜੋ ਅਸੀਂ ਉਤਪਤੀ ਪੁਸਤਕ ਦਾ ਅਧਿਐਨ ਕਰ ਰਹੇ ਪਿਤਾ ਪ੍ਰਭੂ ਸ਼੍ਰੀ, ਇਹਨਾਂ ਵਚਨਾਂ ਨੂੰ ਸਿੱਖਣ ਦੇ ਲਈ ਪਿਤਾ ਪ੍ਰਭੂ ਸਾਡੀ ਅਗਵਾਈ ਕਰੋ। ਤੁਹਾਡਾ ਨਿਹਾਇਤੀ ਧੰਨਵਾਦ ਕਰਦੇ ਪਿਤਾ ਪ੍ਰਭੂ ਸ਼੍ਰੀ, ਤੁਸੀਂ ਸਾਨੂੰ ਸੰਭਾਲਿਆ, ਸਾਡੀ ਦੁਆ ਨੂੰ ਸੁਣਿਆ ਹੈ, ਕਬੂਲ ਕੀਤਾ ਹੈ। ਪਿਆਰੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਸੀਲੇ ਵਿੱਚ ਮੰਗ ਰਹੇ ਹਾਂ, ਆਮੀਨ। ਪਿਆਰੇ ਦੋਸਤੋ, ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਪ੍ਰਤੀ ਆਪਣੇ ਸੁਝਾਵਾਂ ਨੂੰ ਸਾਡੇ ਨਾਲ ਸਾਂਝੀ ਕਰੋਗੇ, ਅਤੇ ਸਾਡੇ ਪ੍ਰੋਗਰਾਮ ਬਾਰੇ ਆਪਣੇ ਮਿੱਤਰਾਂ ਨੂੰ, ਦੋਸਤਾਂ ਨੂੰ ਵੀ ਦੱਸੋ। ਇਸ ਅਧਿਐਨ ਨੂੰ ਜੇ ਤੁਸੀਂ ਆਪ ਕਰ ਰਹੇ ਹੋ ਤੇ ਆਪਣੇ ਦੋਸਤਾਂ ਨੂੰ ਵੀ ਇਸ ਬਾਰੇ ਦੱਸੋ, ਤਾਂ ਜੋ ਉਹ ਵੀ ਇਸ ਵਚਨ ਦੀਆਂ ਗੱਲਾਂ ਨੂੰ ਸਿੱਖ ਸਕਣ। ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਸਾਡੇ ਸੰਪਰਕ ਵਿੱਚ ਰਹੋਗੇ ਅਤੇ ਸਾਡੇ ਪ੍ਰੋਗਰਾਮ ਨੂੰ ਵੇਖਦੇ ਰਹੋਗੇ। ਰੱਬ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਅਤੇ ਬਰਕਤ ਦੇਵੇ। ਜੈ ਮਸੀਹ ਦੀ। ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ, ਸਾਨੂੰ ਜ਼ਰੂਰ ਦੱਸੋ। ਸਾਡਾ ਫੋਨ ਨੰਬਰ ਹੈ 9041538931। ਨੰਬਰ ਇੱਕ ਵਾਰ ਫਿਰ ਸੁਣੋ, 9041538931। ਸਾਡਾ ਦੂਸਰਾ ਨੰਬਰ ਹੈ 9465177365। ਤੁਸੀਂ ਚਾਹੋ ਤਾਂ ਸਾਨੂੰ ਮਿਸ ਕਾਲ ਵੀ ਕਰ ਸਕਦੇ ਹੋ। ਮਿਸ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 0444 908 1209। ਜੇਕਰ ਤੁਸੀਂ ਈਮੇਲ ਕਰਨਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰੋ, punjabi@radio882.com। ਚਿੱਠੀ ਲਿਖਣ ਦੇ ਲਈ ਸਾਡਾ ਪਤਾ ਹੈ TWR ਇੰਡੀਆ, ਪੋਸਟ ਬਾਕਸ ਨੰਬਰ 111, ਜਨਰਲ ਪੋਸਟ ਆਫਿਸ, ਸੈਕਟਰ 17, ਚੰਡੀਗੜ੍ਹ 160017। YouTube ਅਤੇ Facebook ਉੱਤੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਇਸ ਦੇ ਲਈ ਤੁਸੀਂ TWR ਇੰਡੀਆ ਪੰਜਾਬੀ ਨਾਲ ਜੁੜੋ।